ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਅਸੀਂ ਸੰਵਿਧਾਨ ਸਭਾ ਦੀਆਂ ਮੇਨ ਫੀਚਰਸ ਬਾਰੇ ਗੱਲ ਕਰਾਂਗੇ। ਸੰਵਿਧਾਨ ਸਭਾ ਇੱਕ ਅਜਿਹੀ ਸੰਸਥਾ ਹੈ ਜਿਸ ਦੀਆਂ ਕੁਝ ਵਿਸ਼ੇਸ਼ਤਾਵਾਂ ਨੇ ਜੋ ਦੇਸ਼ ਦੇ ਲੋਕਾਂ ਦੇ ਹਿੱਤਾਂ ਵਿੱਚ ਸੀ, ਪਰ ਫਿਰ ਵੀ ਇਸ ਦੇ ਵਿੱਚ ਕੁਝ ਨੈਗੇਟਿਵ ਪੁਆਇੰਟ ਵੀ ਸੀ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸੰਵਿਧਾਨ ਸਭਾ ਦੀਆਂ ਵਿਸ਼ੇਸ਼ਤਾਵਾਂ ਦੇ ਵਿੱਚ ਪੋਜ਼ੀਟਿਵ ਅਤੇ ਨੈਗੇਟਿਵ ਦੋਨੇ ਪੱਖਾਂ ਦਾ ਸਮੂਹ ਹੈ। ਜਿਵੇਂ ਫਸਟ ਹੈ ਵਿਦੇਸ਼ੀ ਸੱਤਾ ਦੁਆਰਾ ਸਥਾਪਿਤ ਸਭਾ। ਸੰਵਿਧਾਨ ਸਭਾ ਭਾਰਤੀਆਂ ਦੀ ਮੰਗ ਸੀ। ਇਸ ਦੇ ਨਾਲ ਹੀ ਉਹਨਾਂ ਦੀ ਇਹ ਵੀ ਇੱਛਾ ਸੀ ਕਿ ਭਾਰਤ ਦੀ ਸੰਵਿਧਾਨ ਸਭਾ ਭਾਰਤੀ ਲੋਕਾਂ ਦੀ ਇੱਛਾ ਦਾ ਪ੍ਰਤੀਕ ਹੋਣਾ ਚਾਹੀਦਾ ਹੈ, ਭਾਵ ਕਿ ਉਸ ਦੀ ਸਥਾਪਨਾ ਹੈ ਜੋ ਭਾਰਤ ਦੀਆਂ ਆਸ਼ਾਵਾਂ ਦੇ ਅਨੁਸਾਰ ਹੋਣੀ ਚਾਹੀਦੀ ਹੈ। ਭਾਰਤੀ ਲੋਕਾਂ ਦੀ ਇਹੋ ਮੰਗ ਸੀ ਕਿ ਸੰਵਿਧਾਨ ਸਭਾ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਕਿ ਉਹਨਾਂ ਦੀਆਂ ਭਾਵਨਾਵਾਂ ਅਤੇ ਉਹਨਾਂ ਦੇ ਹਿੱਤਾਂ ਨੂੰ, ਉਹਨਾਂ ਦੀਆਂ ਇੱਛਾਵਾਂ ਨੂੰ ਹੀ ਮੁੱਖ ਰੱਖਿਆ ਜਾਵੇ। ਪਰ ਇਹ ਸੰਵਿਧਾਨ ਸਭਾ ਜੋ ਬਰਤਾਨਵੀ ਸਰਕਾਰ ਦੇ ਦੁਆਰਾ ਅਨੇਕਾਂ ਹੀ ਰਾਜਨੀਤਿਕ ਮੰਤਵਾਂ ਨੂੰ ਮੁੱਖ ਰੱਖ ਕੇ ਉਹਨਾਂ ਦੀ ਆਪਣੀ ਇੱਛਾ ਦੇ ਅਨੁਸਾਰ ਸਥਾਪਿਤ ਕੀਤੀ ਗਈ ਸੀ। ਨੈਕਸਟ ਹੈ ਗੈਰ ਪ੍ਰਭੁਤਾਸ਼ਾਲੀ ਸੰਸਥਾ। ਪ੍ਰਭੁਤਾਸ਼ਾਲੀ ਸੰਸਥਾ ਬਣੀ। ਪ੍ਰਭੁਤਾਸ਼ਾਲੀ ਸੰਸਥਾ ਨਹੀਂ ਸੀ। ਇਸ ਨੇ ਮੰਤਰੀ ਮੰਡਲ ਮਿਸ਼ਨ ਯੋਜਨਾ ਦੇ ਅਧੀਨ ਨਿਸ਼ਚਿਤ ਰੂਪ ਦੇ ਵਿੱਚ ਉਸ ਦੇ ਅਧੀਨ ਨਿਸ਼ਚਿਤ ਵਿਧੀ ਦੇ ਅਨੁਸਾਰ ਹੀ ਸੰਵਿਧਾਨ ਦਾ ਨਿਰਮਾਣ ਕੀਤਾ ਸੀ। ਪਰ ਜਦੋਂ ਦੇਸ਼ ਸੁਤੰਤਰ ਹੋਇਆ ਤਾਂ ਇਹ ਗੈਰ ਪ੍ਰਭੁਤਾਸ਼ਾਲੀ ਸੰਸਥਾ ਪ੍ਰਭੁਤਾਸ਼ਾਲੀ ਤਾਂ ਬਣ ਗਈ, ਪਰ ਇਸ ਦੇ ਮੈਂਬਰਾਂ ਦੇ ਸੰਬੰਧੀ ਇਸ ਦੇ ਵਿੱਚ ਕੋਈ ਵੀ ਤਬਦੀਲੀ ਨਹੀਂ ਹੋਈ ਸੀ। ਜਿਹੜੇ ਮੈਂਬਰ ਵਿਦੇਸ਼ੀ ਸਰਕਾਰ ਦੀ ਯੋਜਨਾ ਦੇ ਅਧੀਨ ਹੀ ਚੁਣੇ ਗਏ ਸੀ, ਉਹਨਾਂ ਦੀ ਜੋ ਮਾਨਸਿਕਤਾ ਪੂਰਨ ਤੌਰ 'ਤੇ ਸੁਤੰਤਰ ਭਾਰਤ ਦੇ ਲਈ ਸੰਵਿਧਾਨ ਦਾ ਨਿਰਮਾਣ ਕਰਨ ਦੇ ਲਈ ਉਚਿਤ ਨਹੀਂ ਸੀ। ਭਾਰਤੀ ਸੰਵਿਧਾਨ ਦਾ ਨਿਰਮਾਣ ਹੋਇਆ, ਪਰ ਇਹ ਸੰਵਿਧਾਨ ਹੈ ਜੋ ਭਾਰਤ ਦੀਆਂ ਲੋਕਾਂ ਦੀਆਂ ਇੱਛਾਵਾਂ, ਉਹਨਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰ ਸਕਦਾ ਸੀ। ਸੰਪਰਦਾਇਕ ਆਧਾਰ 'ਤੇ ਅਪ੍ਰਤੱਖ ਰੂਪ ਵਿੱਚ ਚੁਣੀ ਗਈ ਸੰਵਿਧਾਨ ਸਭਾ। ਸੰਵਿਧਾਨ ਸਭਾ ਦੇ ਮੈਂਬਰ 3 ਚੋਣਾਂ ਖੇਤਰਾਂ ਵਿੱਚੋਂ ਚੁਣੇ ਗਏ ਸੀ। ਇਸ ਦੇ ਵਿੱਚ 4th ਚੋਣ ਖੇਤਰ ਸੀ। ਸੁਤੰਤਰਤਾ ਮਗਰੋਂ ਸੰਵਿਧਾਨ ਸਭਾ ਦਾ ਭਾਗ ਬਣ ਗਿਆ ਸੀ। ਮੁਸਲਮਾਨ, ਸਿੱਖ, ਦੇਸੀ ਰਿਆਸਤਾਂ ਅਤੇ ਹਿੰਦੂਆਂ ਦੇ ਸਮੇਤ ਬਾਕੀ ਦੇ ਸਾਰੇ ਵਰਗ ਸੀ ਜੋ ਇਹ 4 ਚੋਣ ਖੇਤਰ ਮੰਤਰੀ ਮੰਡਲ ਮਿਸ਼ਨ ਯੋਜਨਾ ਦੇ ਅਧੀਨ ਨਿਸ਼ਚਿਤ ਕੀਤੇ ਗਏ ਸੀ ਅਤੇ ਇਹ ਸੰਪਰਦਾਇ ਆਧਾਰ 'ਤੇ ਹੀ ਮੈਂਬਰਾਂ ਦੀ ਚੋਣ ਹੈ, ਪ੍ਰਤੱਖ ਤੌਰ 'ਤੇ ਲੋਕਾਂ ਦੇ ਦੁਆਰਾ ਨਹੀਂ ਹੋਈ ਸੀ, ਬਲਕਿ ਵਿਧਾਨ ਸਭਾ ਦੇ ਮੈਂਬਰਾਂ ਦੀ ਦੁਆਰਾ ਹੀ ਹੋਈ ਸੀ। ਭਾਰਤੀ ਰਿਆਸਤਾਂ ਦੇ ਪ੍ਰਤੀਨਿਧਾਂ ਦੇ ਵਿੱਚੋਂ ਜੋ ਵੀ ਰਾਜੇ ਮਹਾਰਾਜਿਆਂ ਦੁਆਰਾ ਨਿਯੁਕਤ ਕੀਤੇ ਜਾਂਦੇ ਸੀ ਇਹ ਮੈਂਬਰ। ਜਿਵੇਂ ਨੈਕਸਟ ਹੈ ਨਾਮਜ਼ਦ ਪ੍ਰਤੀਨਿਧਾਂ ਦਾ ਸੰਵਿਧਾਨ ਸਭਾ ਵਿੱਚ ਕੋਈ ਸਥਾਨ ਨਹੀਂ ਹੋਣਾ ਚਾਹੀਦਾ। ਬਰਤਾਨਵੀ ਭਾਰਤ ਦੇ ਮੈਂਬਰ ਸੰਪਰਦਾਇਕ ਆਧਾਰ 'ਤੇ ਪ੍ਰਾਂਤਕ ਵਿਧਾਨ ਸਭਾ ਦੇ ਦੁਆਰਾ ਚੁਣੇ ਜਾਂਦੇ ਸੀ ਅਤੇ ਦੂਜੇ ਪਾਸੇ ਦੇਸੀ ਰਿਆਸਤਾਂ ਦੇ ਪ੍ਰਤੀਨਿਧ ਸੰਵਿਧਾਨ ਸਭਾ ਵਿੱਚ ਉਹਨਾਂ ਰਿਆਸਤਾਂ ਦੇ ਸ਼ਾਸਕਾਂ ਦੇ ਦੁਆਰਾ ਨਾਮਜ਼ਦ ਕੀਤੇ ਗਏ ਸੀ। ਅਪ੍ਰਤੱਖ ਰੂਪ ਵਿੱਚ ਚੁਣੇ ਗਏ, ਸੰਪਰਦਾਇ ਆਧਾਰ 'ਤੇ ਚੁਣੇ ਗਏ, ਗੈਰ ਸੰਪਰਦਾਇਕ ਆਧਾਰ 'ਤੇ ਚੁਣੇ ਗਏ ਅਤੇ ਨਾਮਜ਼ਦ ਮੈਂਬਰਾਂ ਦਾ ਇਸ ਸੰਵਿਧਾਨ ਸਭਾ ਦੀ ਬਣਤਰ ਦੇ ਵਿੱਚ ਇੱਕ ਅਨੋਖਾ ਯੋਗਦਾਨ ਹੈ। ਨੈਕਸਟ ਹੈ ਗੈਰ ਪ੍ਰਤੀਨਿਧਤਾ ਸੰਸਥਾ। ਸੰਵਿਧਾਨ ਸਭਾ ਹੈ ਜੋ ਲੋਕਾਂ ਦੀਆਂ ਮੰਗਾਂ, ਉਹਨਾਂ ਦੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ ਸੀ। ਭਾਰਤ ਦੀ ਵਸੋਂ ਦੇ ਕਈ ਵਰਗਾਂ ਨੂੰ ਇਸ ਸਭਾ ਦੇ ਵਿੱਚ ਪ੍ਰਤੀਨਿਧਤਾ ਨਹੀਂ ਮਿਲੀ ਸੀ। ਭਾਵੇਂ ਕਿ ਕਾਂਗਰਸ ਨੇ ਕਾਫੀ ਵਰਗਾਂ ਦੇ ਪ੍ਰਤੀਨਿਧਾਂ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸੰਵਿਧਾਨ ਸਭਾ ਦੇ ਵਿੱਚ ਸ਼ਾਮਲ ਕਰ ਲਿਆ ਸੀ, ਪਰ ਉਹਨਾਂ ਲੋਕਾਂ ਦੀ ਪ੍ਰਤੀਨਿਧਤਾ ਇਸ ਦੇ ਵਿੱਚ ਸ਼ਾਮਲ ਨਹੀਂ ਸੀ। ਵਿਸ਼ਿਸ਼ਟ ਲੋਕਾਂ ਦੀ ਸਭਾ। ਸਭਾ ਦੇ ਨਿਰਣਿਆਂ ਅਤੇ ਫੈਸਲਿਆਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਕਾਂਗਰਸੀ ਅਤੇ ਦੂਜੇ ਵਰਗ ਦੇ ਗਿਣਤੀ ਕੁ ਨੇਤਾਵਾਂ ਦੀ ਅਸਲ ਦੇ ਵਿੱਚ ਕਾਰਵਾਈ ਕਰਦੇ ਸੀ, ਭਾਵ ਕਿ ਜੋ ਵੀ ਸ਼ਾਸਨ ਸੀ ਉਹ ਕੁਝ ਕੁ ਵਿਅਕਤੀਆਂ ਦੇ ਹੱਥਾਂ ਦੇ ਵਿੱਚ ਕੇਂਦਰ ਸੀ। ਸਿੱਖ ਪ੍ਰਤੀਨਿਧਾਂ ਨੇ ਪਹਿਲਾਂ ਤਾਂ ਸੰਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭਾਗ ਲੈਣ ਤੋਂ ਇਨਕਾਰ ਕਰਤਾ ਸੀ, ਪਰ ਬਾਅਦ ਦੇ ਵਿੱਚ ਕਾਂਗਰਸ ਦੁਆਰਾ ਦਿੱਤੇ ਗਏ ਵਿਸ਼ਵਾਸਾਂ ਨੂੰ ਮੁੱਖ ਰੱਖ ਕੇ ਕਿ ਉਹਨਾਂ ਦੀਆਂ ਮੰਗਾਂ ਨੇ ਜੋ ਪੂਰੀਆਂ ਹੋਣਗੀਆਂ, ਸਿੱਖਾਂ ਨੇ ਆਪਣੇ ਪ੍ਰਤੀਨਿਧਾਂ ਦੀ ਚੋਣ ਕਰਨ ਦੇ ਲਈ ਮੰਗ ਕੀਤੀ ਸੀ। ਪਰ ਜਦੋਂ ਸੰਵਿਧਾਨ ਦਾ ਨਿਰਮਾਣ ਹੋਇਆ ਤਾਂ ਸਿੱਖ ਪ੍ਰਤੀਨਿਧਾਂ ਨੇ ਇਸ ਸੰਵਿਧਾਨ ਦੇ ਉੱਪਰ ਸਾਈਨ ਕਰਨ ਤੋਂ ਇਨਕਾਰ ਕਰ ਦਿੱਤਾ, ਕਿਉਂਕਿ ਸਿੱਖ ਸੰਪਰਦਾਇ ਦੀ ਭਾਵਨਾ ਸੀ ਕਿ ਸਿੱਖ ਹੀ ਪੰਜਾਬ ਦੇ ਸ਼ਾਸਕ ਰਹੇ ਸਨ। ਪਰ ਮੰਤਰੀ ਮੰਡਲ ਮਿਸ਼ਨ ਯੋਜਨਾ ਨੇ ਉਹਨਾਂ ਦੇ ਨਾਲ ਨਿਆਂ ਨਹੀਂ ਕੀਤਾ ਸੀ ਅਤੇ ਸੰਵਿਧਾਨ ਸਭਾ ਨੇ ਵੀ ਉਹਨਾਂ ਦੀਆਂ ਭਾਵਨਾ ਨੂੰ ਅਸਲ ਰੂਪ ਦੇ ਵਿੱਚ ਕੋਈ ਵੀ ਸਹੀ ਕਾਰਵਾਈ ਨਹੀਂ ਕੀਤੀ ਸੀ। ਇਸ ਸੰਵਿਧਾਨ ਸਭਾ ਦੀਆਂ 8 ਸੰਮਤੀਆਂ ਹੋਈਆਂ ਸੀ, ਭਾਵੇਂ ਕਿ ਕਾਫੀ ਮੈਂਬਰਾਂ ਦੇ ਵਿੱਚੋਂ ਇਹਨਾਂ 8 ਸੰਮਤੀਆਂ ਅਤੇ ਦੂਜੀ ਸੰਮਤੀਆਂ ਦੇ ਵਿੱਚ ਪ੍ਰਤੀਨਿਧਤਾ ਨਾ ਦੇਣ ਦਾ ਨਾ ਮਾਤਰ ਯਤਨ ਕੀਤਾ ਸੀ, ਪਰ ਇਹਨਾਂ ਦੇ ਵਿੱਚ 8 ਮੁੱਖ ਸੰਮਤੀਆਂ ਦੇ ਵਿੱਚ ਕਾਂਗਰਸ ਦੇ ਕੁਝ ਚੋਣਵੇਂ ਨੇਤਾਵਾਂ ਨੂੰ ਹੀ ਸ਼ਾਮਲ ਕੀਤਾ ਗਿਆ ਸੀ। ਨੈਕਸਟ ਹੈ ਕਾਂਗਰਸ ਸੰਸਥਾ। ਭਾਰਤ ਦੀ ਸੰਵਿਧਾਨ ਦੇ ਸਭਾ ਦੇ ਵਿੱਚ ਕਾਂਗਰਸ ਦੇ ਮੈਂਬਰਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ, ਜਿਸ ਕਰਕੇ ਇਸ ਨੂੰ ਕਾਂਗਰਸ ਸੰਸਥਾ ਦਾ ਨਾਮ ਦਿੱਤਾ ਗਿਆ। ਕਾਂਗਰਸ ਨੂੰ ਭਾਰੀ ਬਹੁਮਤ ਪ੍ਰਾਪਤ ਹੋਇਆ ਸੀ, ਜਿਸ ਦੇ ਕਾਰਨ ਉਸ ਦਾ ਹੀ ਇਸ ਦੇ ਵਿੱਚ ਮੇਨ ਰੋਲ ਮੰਨਿਆ ਜਾਂਦਾ ਹੈ।
ਸੁਤੰਤਰਤਾ ਤੋਂ ਪਹਿਲਾਂ ਇਸ ਸੰਵਿਧਾਨ ਸਭਾ ਦੇ ਵਿੱਚ ਕਾਂਗਰਸ ਦੇ ਮੈਂਬਰਾਂ ਦੀ ਗਿਣਤੀ 69% ਸੀ, ਪਰ ਬਾਅਦ ਦੇ ਵਿੱਚ ਕਾਫੀ ਵੱਧ ਗਈ। ਇਸ ਦੇ ਨਾਲ ਮੁਸਲਿਮ ਲੀਗ ਦੇ ਮੈਂਬਰ ਵੀ ਕਾਂਗਰਸ ਦਲ ਦੇ ਨੇਤਾ ਬਣੇ ਸਨ, ਕਿਉਂਕਿ ਉਹ ਮੁਸਲਿਮ ਹਿੱਤਾਂ ਦੀ ਸੁਰੱਖਿਆ ਦੇ ਇੱਛਾ ਰੱਖਦੇ ਸਨ। ਉਹਨਾਂ ਦਾ ਵਿਸ਼ਵਾਸ ਸੀ ਕਿ ਉਹ ਕਾਂਗਰਸ ਦਲ ਦੇ ਨਾਲ ਮਿਲ ਕੇ ਮੁਸਲਿਮ ਹਿੱਤਾਂ ਦੀ ਯੋਗ ਸੁਰੱਖਿਅਤ ਕਰ ਸਕਦੇ ਨੇ। ਸੰਵਿਧਾਨ ਸਭਾ ਵਿੱਚ ਕਾਂਗਰਸ ਦਲ ਦਾ ਨਾ ਕੇਵਲ ਭਾਰੀ ਬਹੁਮਤ ਸੀ, ਬਲਕਿ ਸੰਵਿਧਾਨ ਸਭਾ ਦੇ ਵਿੱਚ ਹਰ ਇੱਕ ਕਾਰਵਾਈ ਦੇ ਵਿੱਚ ਇਸ ਦਲ ਦੀ ਮੁੱਖ ਭੂਮਿਕਾ ਨਿਭਾਈ ਜਾਂਦੀ ਸੀ। ਕਾਂਗਰਸ ਦਲ ਦੇ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ, ਸਰਦਾਰ ਪਟੇਲ ਅਤੇ ਡਾਕਟਰ ਰਾਜਿੰਦਰ ਪ੍ਰਸਾਦ, ਮੌਲਾਨਾ ਆਜ਼ਾਦ ਦਾ ਵਿਸ਼ੇਸ਼ ਸਥਾਨ ਮੰਨਿਆ ਜਾਂਦਾ ਹੈ। ਇਹ ਨੇਤਾ ਹੀ ਕਾਂਗਰਸ ਕਾਰਜਕਾਰਨੀ ਸਮਿਤੀ ਦੇ ਮੈਂਬਰ ਮੰਨੇ ਜਾਂਦੇ ਨੇ। ਇਹਨਾਂ ਦੇ ਦੁਆਰਾ ਲਏ ਨਿਰਣੇ ਹੀ ਅਸਲ ਦੇ ਵਿੱਚ ਮੁੱਖ ਨਿਰਣੇ ਮੰਨੇ ਜਾਂਦੇ ਸੀ। ਕੁਝ ਬਹੁਤ ਹੀ ਵਾਦ ਵਿਵਾਦ ਵਾਲੇ ਮਾਮਲਿਆਂ ਨੂੰ ਸੰਵਿਧਾਨ ਸਭਾ ਹੱਲ ਕਰਨ ਵਿੱਚ ਅਸਫਲ। ਸੰਵਿਧਾਨ ਸਭਾ ਦੇ ਵਿੱਚ ਕੀ ਸੀ, ਜੋ ਵੀ ਵਾਦ ਵਿਵਾਦ ਵਾਲੇ ਵਿਸ਼ੇ ਹੁੰਦੇ ਸੀ ਉਹਨਾਂ ਨੂੰ ਸਫਲ ਤੌਰ 'ਤੇ ਹੱਲ ਨਹੀਂ ਕੀਤਾ ਜਾਂਦਾ ਸੀ, ਬਲਕਿ ਉਹਨਾਂ ਨੂੰ ਬਾਅਦ ਦੇ ਵਿੱਚ ਪਿੱਛੇ ਪਾਉਣ ਦਾ ਯਤਨ ਕੀਤਾ ਜਾਂਦਾ ਸੀ। ਅਜਿਹੇ ਮਾਮਲਿਆਂ ਦੇ ਵਿੱਚ ਜਿਵੇਂ ਰਾਸ਼ਟਰੀ ਭਾਸ਼ਾ ਦਾ ਵਿਸ਼ਾ, ਹਿੰਦੀ ਹਿੰਦੁਸਤਾਨੀ, ਅੰਗਰੇਜ਼ੀ ਦੀ ਪਰਸਪਰ ਵਿਰੋਧਤਾ ਦਾ ਵਿਸ਼ਾ, ਭਾਰਤੀ ਦੇਸੀ ਰਿਆਸਤਾਂ ਦੇ ਸ਼ਾਸਕਾਂ ਦੀ ਭਿੱਖਮਈ ਸਥਿਤੀ ਦਾ ਮਾਮਲਾ, ਰਾਸ਼ਟਰੀ ਗੀਤ ਸੰਬੰਧੀ ਜੋ ਵੀ ਹੁੰਦਾ ਸੀ ਅਤੇ ਰਾਜਾਂ ਦਾ ਪੁਨਰਗਠਨ ਸੰਬੰਧੀ ਜੋ ਵੀ ਮਾਮਲਿਆਂ ਦੇ ਵਿੱਚ ਆਪਸੀ ਵਾਦ ਵਿਵਾਦ ਹੁੰਦੇ ਸੀ, ਜਿਵੇਂ ਰਾਜਾਂ ਦੇ ਅੰਤਰ ਨਦੀਆਂ ਦੇ ਪਾਣੀਆਂ ਦਾ ਮਾਮਲਾ। ਇਸ ਦੇ ਵਿੱਚ ਬਹੁਤ ਹੀ ਵਿਸ਼ੇ ਸ਼ਾਮਲ ਸੀ, ਜਿਵੇਂ ਅਨੁਸੂਚਿਤ ਜਾਤੀਆਂ, ਇਹਨਾਂ ਦੇ ਕਬੀਲਿਆਂ ਦੇ ਅਪਰਾਧੀ ਕਬੀਲਿਆਂ ਦਾ ਮਾਮਲਾ। ਇਹ ਜੋ ਵੀ ਵਾਦ ਵਿਵਾਦ ਵਾਲੇ ਵਿਸ਼ੇ ਹੁੰਦੇ ਸੀ ਇਹਨਾਂ ਨੂੰ ਸੋਲਵ ਨਹੀਂ ਕੀਤਾ ਜਾਂਦਾ ਸੀ, ਬਲਕਿ ਇਹਨਾਂ ਨੂੰ ਪਿੱਛੇ ਪਾ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਇਹ ਸੰਵਿਧਾਨ ਸਭਾ ਦਾ ਇੱਕ ਉਚਿਤ ਸਾਧਨ ਨਹੀਂ ਮੰਨਿਆ ਜਾਂਦਾ ਮਾਮਲਿਆਂ ਨੂੰ ਪਿੱਛੇ ਪਾਉਣਾ, ਬਲਕਿ ਉਸ ਨੂੰ ਸੋਲਵ ਕਰਨਾ ਚਾਹੀਦਾ ਸੀ। ਨੈਕਸਟ ਹੈ ਸੰਵਿਧਾਨ ਸਭਾ ਦੁਆਰਾ ਬਣਾਈ ਦਸਤਾਵੇਜ਼ ਅਨੇਕਾਂ ਵਿਚਾਰਧਾਰਾਵਾਂ ਦਾ ਮਿਸ਼ਰਣ। ਇਹ ਇੱਕ ਅਜਿਹਾ ਦਸਤਾਵੇਜ਼ ਹੈ ਜਿਸ ਦੇ ਵਿੱਚ ਉਦਾਰਵਾਦੀ, ਲੋਕਤੰਤਰ, ਨਿਰੰਕੁਸ਼ਤਾ, ਸੰਘਵਾਦ, ਇਕਾਤਮਕਵਾਦ, ਧਰਮ ਨਿਰਪੱਖਤਾ ਆਦਿ ਧਾਰਮਿਕ ਵਿਰੋਧਤਾ ਨੂੰ ਪੈਦਾ ਕਰਨ ਵਾਲੀਆਂ ਕਈ ਵਿਵਸਥਾਵਾਂ, ਜਿਵੇਂ ਪੂੰਜੀਵਾਦ, ਸਮਾਜਵਾਦ ਅਤੇ ਹੋਰ ਵੀ ਕਈ ਵਿਵਾਦ ਨੇ ਜੋ ਸ਼ਾਮਲ ਨੇ। ਜੇਕਰ ਇਹ ਵਿਵਸਥਾ ਕੀਤੀ ਗਈ ਕਿ ਸਰਕਾਰੀ ਵਿੱਦਿਅਕ ਸੰਸਥਾਵਾਂ ਦੇ ਵਿੱਚ ਧਾਰਮਿਕ ਸਿੱਖਿਆ ਨਹੀਂ ਦਿੱਤੀ ਜਾਂਦੀ, ਪਰ ਕੀ ਹੈ ਪ੍ਰਾਈਵੇਟ ਜਾਂ ਸਰਕਾਰੀ ਸਹਾਇਤਾ ਨਾ ਪ੍ਰਾਪਤ ਕਰਨ ਵਾਲਿਆਂ ਦੇ ਵਿੱਚ ਵਿੱਦਿਅਕ ਸੰਸਥਾਵਾਂ ਨੇ ਜੋ ਸਥਾਪਿਤ ਕੀਤੀਆਂ ਜਾਂਦੀਆਂ ਨੇ, ਜਿਨ੍ਹਾਂ ਦੇ ਵਿੱਚ ਧਰਮਾਂ ਦੇ ਲੋਕਾਂ ਅਤੇ ਭਾਸ਼ਾਈ ਘੱਟ ਗਿਣਤੀਆਂ ਨੂੰ ਆਪਣੀਆਂ ਸੰਸਥਾਵਾਂ ਦਾ ਧਰਮ ਦਾ ਪ੍ਰਚਾਰ ਕਰਨ ਦੀ ਪੂਰੀ ਖੁੱਲ੍ਹ ਹੁੰਦੀ ਸੀ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਇੱਕ ਪਾਸੇ ਇਹ ਸੰਘਵਾਦ ਹੈ ਤਾਂ ਦੂਜੇ ਪਾਸੇ ਇਸ ਦੇ ਵਿੱਚ ਇਕਾਤਮਕ ਸਰੂਪ ਦੀਆਂ ਵਿਸ਼ੇਸ਼ਤਾਵਾਂ ਵੀ ਸ਼ਾਮਲ ਹੁੰਦੀਆਂ ਨੇ। ਥੈਂਕ ਯੂ।